ਨਵੇਂ ਫਾਰਮਰਾਂ ਲਈ ਬੱਕਰੀ ਫਾਰਮਿੰਗ ਜਿਹੜੇ ਕਰਨਾ ਚਾਹੁੰਦੇ ਆ ਉਹਨਾਂ ਲਈ ਇੱਕ ਮੁਖਤਲਿਫ ਤਰੀਕੇ ਆ ਪੈਸੇ ਕਮਾਉਣ ਦੇ। ਬੱਕਰੀ ਫਾਰਮਿੰਗ ਦੇ ਵਿੱਚ ਵੀ ਸਟੈਪ ਕਈ ਹੈਗੇ ਆ ਜਿੱਥੋਂ ਆਸਾਨੀ ਨਾਲ ਅਸੀਂ ਪੈਸੇ ਕਮਾ ਸਕਦੇ ਹਾਂ। ਇੱਕ ਉਹ ਬੰਦਾ ਜਿਹੜਾ ਨਵਾਂ ਬੱਕਰੀ ਫਾਰਮਿੰਗ ਦੇ ਵਿੱਚ ਆਇਆ, ਆਣ ਕੇ ਉਹਨੇ ਪਤਾ ਨਹੀਂਗਾ ਉਹਨੂੰ ਵੀ ਕਿਸ ਤਰ੍ਹਾਂ ਅਸੀਂ ਬੱਕਰੀ ਸੇਲ ਕਰਨੀ ਹੈ, ਕਿੱਥੋਂ ਅਸੀਂ ਪੈਸੇ ਕਮਾਉਣੇ ਆ। ਮਤਲਬ ਵੀ ਬੱਕਰੀ ਫਾਰਮਿੰਗ ਤੇ ਕਰ ਲਈ ਸ਼ੁਰੂ, ਲੇਕਿਨ ਸਾਨੂੰ ਤਰੀਕਾ ਨਹੀਂਗਾ ਵੀ ਉਹ ਅਸੀਂ ਪੈਸੇ ਉਹ ਚੋਂ ਕਿੱਦਾਂ ਕਮਾਉਣੇ ਆ। ਬੱਕਰੀਆਂ ਡਿਲੀਵਰ ਕਰਕੇ ਉਹਨਾਂ ਬੱਚਿਆਂ ਚੋਂ ਪੈਸੇ ਕਮਾਉਣੇ ਆ, ਜਾਂ ਬੱਕਰੀਆਂ ਦੇ ਵਿੱਚੋਂ ਹੀ ਪੈਸੇ ਕਮਾਉਣੇ ਆ, ਜਾਂ ਬੱਕਰਾ ਫਾਰਮਿੰਗ ਕਰਕੇ ਸਿਰਫ ਬੱਕਰੇ ਰੱਖ ਕੇ ਪੈਸੇ ਕਮਾਉਣੇ ਆ। ਤੇ ਮੇਰੇ ਵੀਰੋ ਅੱਜ ਦੀ ਵੀਡੀਓ ਬਹੁਤ ਅਹਿਮ ਆ। ਇੱਕ ਜਿਹੜਾ ਨਵਾਂ ਬੰਦਾ ਨਵੀਂ ਫਾਰਮਿੰਗ ਕਰਨਾ ਚਾਹੁੰਦਾ, ਉਹਦੇ ਦਿਲ ਦੇ ਵਿੱਚ ਖਿਆਲ ਇਹ ਆਉਂਦਾ ਵੀ ਕਿਆ ਮੈਂ ਬੱਕਰੀ ਫਾਰਮਿੰਗ ਕਰਾਂ ਤੇ ਨਾਕਾਮ ਨਾ ਹੋ ਜਾਵਾਂ। ਮੇਰੇ ਵੀਰੋ ਪਹਿਲੀ ਗੱਲ ਇਹ ਵੀ ਅਗਰ ਨਾਕਾਮੀ ਵਾਲਾ ਡਰ ਆ ਤੁਹਾਡੇ ਦਿਲ ਦੇ ਵਿੱਚ ਤੇ ਤੁਸੀਂ ਫਿਰ ਫਾਰਮਿੰਗ ਨਾ ਕਰੋ, ਕਿਉਂਕਿ ਜਿਸ ਗੱਲ ਲਈ ਪਹਿਲਾਂ ਹੀ ਦਿਲ ਦੇ ਵਿੱਚ ਡਰ ਹੋਵੇ ਉਹ ਕੰਮ ਕੁਦਰਤੀ ਡਾਊਨ ਹੁੰਦਾ। ਅਗਰ ਤੁਸੀਂ ਇਸ ਗੱਲ ਤੇ ਇਤਮਾਦ ਰੱਖੋਗੇ, ਇਸ ਗੱਲ ਦਾ ਯਕੀਨ ਰੱਖੋਗੇ ਤੇ ਅੱਲਾਹ ਤਾਲਾ ਵੀ ਤੁਹਾਡੀ ਮਦਦ ਕਰੇਗਾ। ਇਨਸ਼ਾਅੱਲਾ ਅੱਲਾਹ ਤਾਲਾ ਵੀ ਤੁਹਾਨੂੰ ਮਿਹਨਤ ਦਾ ਫਲ ਦਊਗਾ। ਬੱਕਰੀ ਫਾਰਮਿੰਗ ਦੇ ਵਿੱਚ ਸਾਰਾ ਫਾਇਦਾ ਨਹੀਂ ਹੁੰਦਾ, ਨੁਕਸਾਨ ਵੀ ਹੈ। ਅਗਰ ਤੁਸੀਂ ਇਹੀ ਸੋਚ ਕੇ ਕਰਨੀ ਬੱਕਰੀ ਫਾਰਮਿੰਗ ਵੀ ਇਹ ਨਫਾ ਹੀ ਹੈ ਸਾਰਾ, ਤੇ ਮੇਰਾ ਵੀਰ ਬਿਲਕੁਲ ਗਲਤ ਆ। ਅਗਰ ਕੋਈ ਤੁਹਾਨੂੰ ਯੂਟਿਊਬਰ ਇਹ ਗੱਲ ਕਹਿੰਦਾ ਵੀ ਇਹ ਬੱਕਰੀ ਫਾਰਮਿੰਗ ਦੇ ਵਿੱਚ ਲੱਖਾਂ ਕਮਾ ਸਕਦੇ ਹਾਂ, ਅਸੀਂ ਕਰੋੜਾਂ ਕਮਾ ਸਕਦੇ ਹਾਂ, ਤੇ ਬਿਲਕੁਲ ਉਹ ਗਲਤ ਕਹਿੰਦਾ। ਉਹ ਸਿਰਫ ਤੁਹਾਨੂੰ ਤਸਵੀਰ ਦਾ ਸਿੱਧਾ ਰੁਖ ਦਿਖਾਉਂਦਾ, ਉਲਟਾ ਰੁਖ ਨਹੀਂ ਦਿਖਾਉਂਦਾ। ਤੇ ਮੇਰੇ ਵੀਰੋ ਗੱਲ ਇਹ ਹੈ ਵੀ ਅਗਰ ਬੱਕਰੀ ਫਾਰਮਿੰਗ ਕਰਨੀ, ਦਿਮਾਗ ਦੇ ਵਿੱਚ ਪਹਿਲਾਂ ਤੁਸੀਂ ਨੁਕਸਾਨ ਜ਼ਿਹਨ 'ਚ ਰੱਖਣਾ, ਫਿਰ ਤੁਸੀਂ ਪ੍ਰੋਫਿਟ ਰੱਖਣਾ। ਜਦੋਂ ਅਸੀਂ ਫਾਰਮਿੰਗ ਤੇ ਸ਼ੁਰੂ ਕਰ ਲੈਂਦੇ ਹਾਂ, ਅਸੀਂ ਸੋਚਿਆ ਹੁੰਦਾ ਸਿਰਫ ਨਫੇ ਦਾ, ਸਾਡਾ ਨੁਕਸਾਨ ਵੀ ਹੋ ਜਾਂਦਾ। ਫਿਰ ਜਦੋਂ ਸਾਡਾ ਨੁਕਸਾਨ ਹੁੰਦਾ ਤੇ ਅਸੀਂ ਦਿਲੀ ਤੌਰ ਤੇ ਡਿਸਹਾਰਟ ਹੋ ਜਾਂਦੇ ਹਾਂ। ਉਹਦੀ ਵਜ੍ਹਾ ਤੋਂ ਅਸੀਂ ਫਾਰਮਿੰਗ ਛੱਡਣ ਤੱਕ ਪਹੁੰਚ ਜਾਂਦੇ ਹਾਂ। ਹਮੇਸ਼ਾ ਜਦੋਂ ਵੀ ਫਾਰਮਿੰਗ ਕਰੋ, ਕੋਈ ਵੀ ਕੰਮ ਆ, ਫਾਰਮਿੰਗ ਜ਼ਰੂਰੀ ਨਹੀਂ, ਫਾਰਮਿੰਗ ਕੋਈ ਵੀ ਕੰਮ ਕਰੋ ਉਹਦੇ ਵਿੱਚ ਨੈਗੇਟਿਵ ਤੇ ਪੋਜ਼ਿਟਿਵ ਪੁਆਇੰਟ ਦੋਨੇ ਹੀ ਹੁੰਦੇ ਆ, ਨਾ ਕਿ ਇਕੱਲੇ ਪੋਜ਼ਿਟਿਵ ਪੁਆਇੰਟ ਹੀ ਹੁੰਦੇ ਆ। ਤੇ ਅੱਜ ਮੈਂ ਵੀਰਾਂ ਨੂੰ ਇਹ ਗੱਲ ਦੱਸੂਗਾ ਵੀ ਬੱਕਰੀ ਫਾਰਮਿੰਗ ਦੇ ਵਿੱਚ ਤੁਸੀਂ ਕਿੱਦਾਂ ਸਟੈਪ ਬਾਈ ਸਟੈਪ ਕਿੱਦਾਂ ਪੈਸੇ ਕਮਾ ਸਕਦੇ ਆ। ਮੇਰੇ ਵੀਰੋ ਪਹਿਲਾ ਜਿਹੜਾ ਤਰੀਕਾ ਉਹ ਇਹ ਆ, ਤੁਸੀਂ ਖਾਲੀ ਬੱਕਰੀ ਮੰਡੀ ਚੋਂ ਲੈ ਕੇ ਆਉਂਦੇ ਆ, 4 ਮਹੀਨੇ ਉਹਦੀ ਕੇਅਰ ਕਰਨੀ ਹੈ, 4 ਮਹੀਨੇ ਸੰਭਾਲਣੀ ਆ। ਬੱਕਰੀ ਆਉਂਦੀ ਤਕਰੀਬਨ ਕ੍ਰਾਸ ਹੋ ਜਾਣੀ ਆ, 4 ਮਹੀਨੇ 4.5 ਮਹੀਨੇ ਤੁਸੀਂ ਸੰਭਾਲਣੀ ਆ। ਬਾਅਦ ਦੇ ਵਿੱਚ ਤੁਸੀਂ ਬੱਕਰੀ ਸੇਲ ਕਰ ਸਕਦੇ ਹੋ। ਮਤਲਬ ਅਗਰ ਤੁਸੀਂ 50,000 ਦੀ ਬੱਕਰੀ ਬਾਹਰੋਂ ਮੰਡੀ ਚੋਂ ਖਰੀਦ ਕੀਤੀ ਆ, ਲਿਆਂਦੀ ਆ, ਉਹ 50,000 ਵਾਲੀ ਖਾਲੀ ਬੱਕਰੀ ਤੇ ਜਦੋਂ ਤੁਸੀਂ ਆਣ ਕੇ ਬਰੀਡਰ ਛੱਡੋਗੇ, ਕ੍ਰਾਸ ਹੋਏਗੀ, ਤੁਸੀਂ ਉਹਦੀ ਖੁਰਾਕ ਅੱਛੀ ਕਰੋ, ਪੱਠੇ ਛੱਠੇ ਰੱਜ ਕੇ ਪਾਓ, ਉਹ ਜਦੋਂ ਬਿਲਕੁਲ ਤਿਆਰ ਹੋ ਜਾਊਗੀ ਤੇ ਉਹ ਘੱਟੋ ਘੱਟ ਵੀ ਵਿਕੀ ਤੇ ਉਹ ਦੁੱਗਣੇ ਕਰਕੇ ਵਿਕੂਗੀ। ਮਤਲਬ ਤੁਸੀਂ 50 ਦੀ ਲਿਆਂਦੀ ਆ ਤਾਂ 1,10,000 ਦੀ, ਲੱਖ ਦੀ, 95,000 ਦੀ ਵਿਕਣੀ। ਤੇ ਤੁਸੀਂ ਉਹ ਫਲਾਗ ਵੀ ਵੇਚ ਕੇ ਮੁੜ ਕੇ ਨਵਾਂ ਫਲਾਗ ਲਿਆ ਸਕਦੇ ਹੋ। ਇੱਕ ਤਰੀਕਾ ਇਹ ਆ। ਇੱਕ ਤਰੀਕਾ ਹੈ ਵੀ ਅਗਰ ਬੱਕਰੀਆਂ ਡਿਲੀਵਰ ਕਰਕੇ ਉਹਨਾਂ ਦੇ ਬੱਚੇ ਜਵਾਨ ਕਰਕੇ ਪੈਸੇ ਕਮਾਉਣੇ ਆ ਤੇ ਉਹ ਤਰੀਕਾ ਵਾ ਵੀ ਬੱਕਰੀ ਲਿਆਂਦੀ ਮੰਡੀਓਂ, ਮਿਸਾਲ ਦੇ ਤੌਰ ਤੇ ਮੰਡੀਓਂ ਬੱਕਰੀ ਲਿਆਂਦੀ, ਬੱਕਰੀ ਕ੍ਰਾਸ ਹੋਈ, 5 ਮਹੀਨੇ ਸੰਭਾਲੀ, ਬੱਕਰੀ ਬੱਚੇ ਦੇ ਦਿੱਤੇ, ਬੱਚੇ 6 ਮਹੀਨੇ ਦੇ ਜਦੋਂ ਬੱਚੇ ਹੋਏ ਅਸੀਂ ਬੱਚੇ ਵੇਚ ਕੇ ਤੇ ਪੈਸੇ ਕਮਾ ਸਕਦੇ ਹਾਂ। ਇੱਕ ਤਰੀਕਾ ਕੱਲੇ ਬੱਕਰਾ ਫਾਰਮਿੰਗ ਵੀ, ਤੁਸੀਂ ਕੁਰਬਾਨੀ ਲਈ ਬੱਕਰੇ ਲਿਆਉਂਦੇ ਆ, ਬੱਕਰੇ ਲਿਆ ਕੇ ਤੇ ਜਦੋਂ ਕੁਰਬਾਨੀ ਤੱਕ ਤਿਆਰ ਕਰਦੇ, ਮਤਲਬ ਪੂਰਾ ਸਾਲ ਸੰਭਾਲਦੇ ਆ, ਜਾਂ 6 ਮਹੀਨੇ ਸੰਭਾਲਦੇ ਆ, ਜਾਂ 8 ਮਹੀਨੇ ਸੰਭਾਲਦੇ ਆ, ਸੰਭਾਲ ਕੇ ਉਹ ਤੋਂ ਬਾਅਦ ਤੁਸੀਂ ਕੁਰਬਾਨੀ ਦੇ ਕੋਲ ਜਾ ਕੇ, ਨਜ਼ਦੀਕ ਜਾ ਕੇ ਕੁਰਬਾਨੀ ਤੇ ਬੱਕਰੇ ਸੇਲ ਕਰ ਦਿੰਦੇ, ਤੇ ਮੇਰਾ ਵੀਰੋ ਉਹ ਵੀ ਪ੍ਰੋਫਿਟੇਬਲ ਕੰਮ ਆ। ਲੇਕਿਨ ਅਗਰ ਤੁਸੀਂ ਬੱਕਰੇ ਲਿਆਉਂਦੇ ਆ, ਬੱਕਰੀਆਂ ਨਹੀਂ ਲਿਆਉਂਦੇ ਤੇ ਬਿਮਾਰੀ ਦਾ ਪਤਾ ਕੋਈ ਨਹੀਂ ਕਿਹੜੇ ਵੇਲੇ ਆ ਜਾਣੀ, ਕਿਦੋਂ ਆ ਜਾਣੀ, ਬਿਲ ਫਰਜ਼। ਬੱਕਰੀ ਇੱਕ ਹੈਗੀ ਹੈ ਫੈਕਟਰੀ। ਮਿਸਾਲ ਦੇ ਤੌਰ ਤੇ ਅਗਰ ਤੁਹਾਡੇ ਕੋਲ 10 ਬੱਕਰੀਆਂ ਜਾਂ 5 ਬੱਕਰੀਆਂ ਵਾ, ਤੇ ਇਹੀ ਸਮਝੋ ਵੀ ਅਸੀਂ 10 ਫੈਕਟਰੀਆਂ ਜਾਂ 5 ਫੈਕਟਰੀਆਂ ਲਾਈਆਂ ਹੋਈਆਂ। ਜਦੋਂ ਕਿਉਂਕਿ ਫੈਕਟਰੀਆਂ ਪ੍ਰੋਡਕਸ਼ਨ ਦਿੰਦੀਆਂ। ਅੱਛਾ, ਜਦੋਂ ਅਸੀਂ ਬੱਕਰੀ ਦਾ ਤੇ ਬੱਕਰੇ ਦਾ ਮੁਵਾਜ਼ਨਾ ਕਰਦੇ ਹਾਂ, ਉਹ ਕੁਛ ਇਸ ਤਰ੍ਹਾਂ ਕਰਦੇ ਹਾਂ ਵੀ ਬੱਕਰੀ ਅਸੀਂ ਲਿਆਂਦੀ, ਬਿਲਫਰਜ਼ 5 ਬੱਕਰੀਆਂ ਲਿਆਂਦੀਆਂ, 5 ਬੱਕਰੇ ਲਿਆਂਦੇ, ਅੱਲਾ ਨਾ ਕਰੇ ਬਿਮਾਰੀ ਆ ਗਈ, ਸਾਡੀਆਂ 2 ਬੱਕਰੀਆਂ ਜ਼ਾਇਆ ਹੋ ਗਈਆਂ, 2 ਬੱਕਰੇ ਜ਼ਾਇਆ
ज़ाया हो गया। अल्लाह माफ़ करे, अल्लाह ना करे। फिर नुकसान बकरियां वाले पासे थोड़ा होना वा, बकरियां वाले पासे बहुता होना। क्यों? क्योंकि बकरी ने ਜਿਹੜੀ ਤੁਹਾਡੇ ਕੋਲ 3 ਬਚ ਜਾਣੀਆਂ, ਉਹਨਾਂ ਨੇ ਅਗਲੇ 5 ਮਹੀਨਿਆਂ 6 ਮਹੀਨਿਆਂ ਦੇ ਵਿੱਚ ਤੁਹਾਡਾ ਨੁਕਸਾਨ ਰਿਕਵਰ ਕਰ ਦੇਣਾ। ਜਿਹੜੇ ਬੱਕਰੇ ਆ ਉਹਨਾਂ ਨੇ ਤੁਹਾਡਾ ਨੁਕਸਾਨ ਰਿਕਵਰ ਨਹੀਂ ਕਰ ਸਕਦੇ। ਉਹ ਸਿਰਫ ਜਿਹੜੇ ਬੱਕਰੇ ਬਚ ਜਾਣਗੇ, ਉਹ ਤੁਹਾਨੂੰ ਸਿਰਫ 3 ਬੱਕਰਿਆਂ ਦਾ ਪ੍ਰੋਫਿਟ ਆਏਗਾ, 2 ਬੱਕਰਿਆਂ ਦੇ ਉਹ ਪ੍ਰੋਫਿਟ ਨਹੀਂ ਆਉਣਾ। ਤੇ ਵੀਰੋ ਬੱਕਰੀਆਂ ਜਿਹੜੀਆਂ ਵਾ ਇਸੇ ਤੋਂ ਹੀ ਕਹਿੰਦੇ ਫੈਕਟਰੀ ਆ। ਅਗਰ ਇੱਕ ਫੈਕਟਰੀ ਬੈਠ ਵੀ ਜਾਂਦੀ ਆ ਤਾਂ ਦੂਸਰੀਆਂ ਫੈਕਟਰੀਆਂ ਜਿਹੜੀਆਂ ਉਹਨੂੰ ਉਸ ਜਿਹੜੀ ਬੈਠੀ ਫੈਕਟਰੀ ਆ ਉਹਨੂੰ ਤਾਂ ਚੱਕ ਸਕਦੀਆਂ। ਮਤਲਬ ਤੁਹਾਨੂੰ ਬੱਕਰੀਆਂ ਪੂਰੀਆਂ ਦੇ ਨਗ ਪੂਰੇ ਕਰਕੇ ਦੇ ਸਕਦੀਆਂ। ਤੇ ਮੈਂ ਕਹਿੰਦਾ ਹੁੰਦਾ ਵੀ ਬੱਕਰੀਆਂ ਲਿਆਵੋ ਬਜਾਏ ਇਸ ਦੇ ਕਿ ਬੱਕਰਾ ਫਾਰਮਿੰਗ ਕਰੋ। ਅਗਰ ਕਿਸੇ ਨੂੰ ਤਜਰਬਾ ਹੈ, ਇਹ ਸਿਰਫ ਨਵੇਂ ਬੰਦੇ ਲਈ ਮੈਂ ਕਹਿੰਦਾ। ਪੁਰਾਣੇ ਬੰਦੇ ਜਿਹੜੇ ਐਕਸਪਰਟ ਬੰਦੇ ਆ, ਉਹ ਜਿਸ ਕੈਟਾਗਰੀ 'ਚ ਵੀ ਚਲੇ ਜਾਣ, ਉਹ ਕਾਮਯਾਬ ਹੋ ਜਾਂਦੇ ਇਨਸ਼ਾਅੱਲਾ। ਕਿਉਂਕਿ ਉਹਨਾਂ ਨੂੰ ਰੂਲ ਦਾ ਪਤਾ, ਉਹਨਾਂ ਨੂੰ ਬੱਕਰੀਆਂ ਦੀ ਬਿਮਾਰੀਆਂ ਦਾ ਪਤਾ, ਉਹਨਾਂ ਨੂੰ ਪਤਾ ਉਤਾਰ ਚੜਾਓ ਦਾ, ਉਹਨਾਂ ਨੂੰ ਇਸ ਗੱਲ ਦਾ ਇਲਮ ਆ ਵੀ ਬੱਕਰੇ ਅਸੀਂ ਕਿੱਥੇ ਕੁ ਜਾ ਕੇ ਵੇਚਣੇ ਆ, ਕਿੱਦਾਂ ਵੇਚਣੇ ਆ। ਉਹ ਬੜਾ ਅੱਛਾ ਪ੍ਰੋਫਿਟ ਕਮਾ ਸਕਦੇ ਆ। ਅਗਰ ਨਵਾਂ ਬੰਦਾ, ਮੈਂ ਸਿਰਫ ਨਵੇਂ ਬੰਦੇ ਦੀ ਗੱਲ ਕਰਦਾ ਵੀ ਨਵੇਂ ਬੰਦੇ ਨੂੰ ਬੱਕਰੀਆਂ ਕਮ ਅਜ਼ ਕਮ 5 ਬੱਕਰੀਆਂ ਲੈ ਲਵੇ, 1 ਬੱਕਰਾ ਲੈ ਲਵੇ। ਉਸ ਤੋਂ ਆਪਦਾ ਕੰਮ ਸਟਾਰਟ ਕਰਕੇ ਇਹ ਕੁਛ ਇੱਦਾਂ ਦੀ ਤਰਤੀਬ ਬਣਾ ਲਵੇ ਵੀ ਅਸੀਂ 4 ਮਹੀਨਿਆਂ ਬਾਅਦ ਬੱਕਰੀਆਂ ਸੇਲ ਕਰਨੀਆਂ, ਮੁੜ ਕੇ ਉਹਨਾਂ ਸਾਰਿਆਂ ਪੈਸੇ ਦੀਆਂ ਬੱਕਰੀਆਂ ਲੈ ਆਉਣੀਆਂ। ਮਤਲਬ 1 ਸਾਲ ਦੇ ਵਿੱਚ ਅਸੀਂ 2 ਫਲਾਗ ਵੇਚਣੇ, 2 ਦੇ ਵੀ ਬਲਕਿ 3 ਵਿਕ ਸਕਦੇ ਆ। ਅਗਰ ਤੁਹਾਡੀ ਡਾਈਟ ਅੱਛੀ ਆ, ਅਗਰ ਤੁਹਾਡੇ ਬੱਕਰੀਆਂ ਦੀ ਖੁਰਾਕ ਅੱਛੀ ਆ, ਤੇ ਤੁਸੀਂ 1 ਸਾਲ ਦੇ ਵਿੱਚ 3 ਫਲਾਗ ਵੇਚ ਸਕਦੇ ਹੋ। ਤੇ ਇਹੀ ਹਿਸਾਬ ਲਾ ਲਓ ਵੀ 2 ਫਲਾਗ ਅਸੀਂ ਸਾਰੀਆਂ ਬੱਕਰੀਆਂ ਲੈ ਆਂਦੀਆਂ ਤੇ ਤੀਸਰਾ ਫਲਾਗ ਅਸੀਂ ਆਪਣੀ ਜੇਬ 'ਚ ਪਾ ਲਿਆ। ਤੇ ਮੇਰੇ ਵੀਰੋ ਯਾਦ ਰੱਖੋ, ਜਦੋਂ ਵੀ ਕੋਈ ਕੰਮ ਹੁੰਦਾ, ਨੁਕਸਾਨ ਹੁੰਦਾ, ਅਗਰ ਬੱਕਰਿਆਂ ਦੀ ਸੂਰਤ 'ਚ ਦੇਖਿਆ ਜਾਵੇ ਤਾਂ ਜ਼ਿਆਦਾ ਮਹਿਸੂਸ ਹੁੰਦਾ, ਬੱਕਰੀਆਂ ਦੀ ਸੂਰਤ 'ਚ ਦੇਖਿਆ ਜਾਵੇ ਤਾਂ ਘੱਟ ਮਹਿਸੂਸ ਹੁੰਦਾ। ਉਹਦੀ ਵਜ੍ਹਾ ਇਹੀ ਆ ਮੇਰੇ ਵੀਰੋ ਵੀ ਬੱਕਰੀ ਇੱਕ ਫੈਕਟਰੀ, ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਬੱਕਰੀ ਇੱਕ ਫੈਕਟਰੀ ਹੈ। ਬੱਕਰੀ ਨੇ ਸਾਨੂੰ ਨੁਕਸਾਨ ਰਿਕਵਰ ਕਰ ਦੇਣਾ, ਬੱਕਰੇ ਨੇ ਸਾਨੂੰ ਨੁਕਸਾਨ ਰਿਕਵਰ ਨਹੀਂ ਕਰਕੇ ਦੇਣਾ। ਬੱਕਰੀ ਜਦੋਂ ਵੀ ਲਿਆਵੋ, ਦੁੱਧ ਵਾਲੀ ਲਿਆਵੋ, ਖਾਲੀ ਲਿਆਵੋ। ਇਸ ਚੱਕਰ 'ਚ ਨਾ ਪਵੋ ਵੀ ਬੱਕਰੀ ਅਸੀਂ ਗੱਭਣ ਲੈਣੀ ਆ, ਬੱਕਰੀ ਅਸੀਂ ਸੂਣ ਵਾਲੀ ਲੈਣੀ ਆ। ਕਿਉਂਕਿ ਅਗਰ ਤੁਸੀਂ ਗੱਭਣ ਵਾਲੀ ਚੱਕਰ 'ਚ ਪੈ ਗਏ ਤਾਂ ਤੁਸੀਂ ਜਿਹੜੀ ਮਿਹਨਤ ਕਰਨੀ ਹੈ 4 ਮਹੀਨੇ, ਉਹਦਾ ਜਿਹੜਾ ਨਫਾ ਕਮਾਉਣਾ ਉਹ ਤੁਸੀਂ ਪਿੱਛੇ ਹੀ ਦੇ ਆਉਣਾ ਪਹਿਲਾਂ ਹੀ। ਇੱਕ ਫਰਾਡ ਦੇ ਨਾਂ ਤੋਂ ਲੋਕਾਂ ਤੁਹਾਨੂੰ ਇਹ ਗੱਲ ਕਹਿਣੀ ਵੀ ਇਹ ਗੱਭਣ ਘਰ ਆਣ ਕੇ ਉਹ ਫੰਡਰ ਨਿਕਲੀ। ਅਕਸਰ ਤੁਸੀਂ ਵੀ ਦੇਖਿਆ ਹੋਣਾ, ਇਹ ਹੁੰਦਾ ਇਦਾਂ ਹੀ ਆ ਵੀ ਬੱਕਰੀ ਮੰਡੀ 'ਚੋਂ ਲਿਆਂਦੀ, ਇਹ ਜੀ 2 ਮਹੀਨਿਆਂ ਦੀ, ਇਹ 1.5 ਮਹੀਨੇ ਦੀ ਗੱਭਣ, ਘਰ ਆਏ ਆ ਤੇ 8-10 ਦਿਨਾਂ ਬਾਅਦ ਉਹ ਮੁੜ ਕੇ ਕ੍ਰਾਸ ਹੋ ਗਈ। ਤੇ ਮੇਰਾ ਵੀਰੋ ਜਦੋਂ ਵੀ ਫਾਰਮਿੰਗ ਕਰੋ, ਇਸ ਗੱਲ ਨੂੰ ਦਿਮਾਗ ਦੇ ਵਿੱਚ ਰੱਖੋ ਵੀ ਨੁਕਸਾਨ ਹੈ। ਅਗਰ ਨੁਕਸਾਨ ਨਾ ਹੋਵੇ, ਬਿਲ ਫਰਜ਼ ਅਗਰ ਨੁਕਸਾਨ ਨਾ ਹੋਵੇ, ਅੱਲਾ ਕਰੇ ਨਾ ਹੋਵੇ, ਅਗਰ ਨੁਕਸਾਨ ਨਾ ਹੋਵੇ ਤੇ ਯਕੀਨ ਕਰੋ ਬੱਕਰੀਆਂ ਵਾਲੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰ ਜਾਣ। ਬੱਕਰੀਆਂ ਵਾਲੇ ਕਿਸੇ ਨੂੰ ਨਾਲ ਨਾ ਰਲਣ ਦੇਣ। ਬੱਕਰੀ ਫਾਰਮਿੰਗ ਵਾਲੇ ਇਹ ਗੱਡੀਆਂ ਪਰਾਡੋਆਂ ਦੇ ਚੜੇ ਫਿਰਨ। ਅੱਲਾ ਪਾਕ ਨੇ ਇਹਦੇ ਵਿੱਚ ਜੇ ਰੋਜ਼ੀ ਰੱਖੀ ਆ ਤੇ ਇਹਦੇ ਵਿੱਚ ਨੁਕਸਾਨ ਵੀ ਰੱਖਿਆ। ਇਹਨੂੰ ਇਹ ਬਹੁਤ ਹਸਾਸ ਜਿਹਾ ਜਾਨਵਰ ਆ, ਇਹਨੂੰ ਬਿਮਾਰੀ ਵੀ ਆਉਂਦੀ ਆ। ਸਿਰਫ ਇਹ ਸੋਚ ਕੇ ਨਾ ਰੱਖ ਲਵੋ ਵੀ ਇਹਦੇ ਵਿੱਚ ਤੇ ਪ੍ਰੋਫਿਟ ਹੀ ਅਸੀਂ ਕਮਾਉਣਾ, ਇਹ ਤੇ ਖਰਚੇ ਵੀ ਹੋਣੇ ਆ, ਇਹ ਤੇ ਬਿਮਾਰੀਆਂ ਵੀ ਆਉਣੀਆਂ, ਤੁਹਾਨੂੰ ਬਰਦਾਸ਼ਤ ਕਰਨੀਆਂ ਪੈਣੀਆਂ, ਤੁਹਾਨੂੰ ਸਬਰ ਕਰਨਾ ਪੈਣਾ। ਤੇ ਜੇ ਮੇਰਾ ਵੀਰੋ ਤੁਸੀਂ ਸਿਰਫ ਇਹੀ ਗੱਲ ਸੋਚ ਕੇ ਵੀ ਲੋਕ ਕਹਿੰਦੇ ਆ ਵੀ ਇਹ 'ਚ ਨੁਕਸਾਨ, ਅਸੀਂ ਕੰਮ ਨਹੀਂ ਕਰਨਾ, ਤੇ ਮੇਰਾ ਵੀਰ ਲੋਕਾਂ ਦੇ ਕਹਿ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਲੋਕ ਸਿਰਫ ਗੱਲਾਂ ਕਰਨ ਜੋਗੇ ਹੁੰਦੇ ਆ, ਕਿਉਂਕਿ ਉਹਨਾਂ ਨੇ ਕੰਮ ਹੱਥੀਂ ਨਹੀਂ ਕੀਤਾ ਹੁੰਦਾ, ਸਿਰਫ ਉਹਨੇ ਸੁਣੀਆਂ ਸੁਣਾਈਆਂ ਹੀ ਗੱਲਾਂ ਕੀਤੀਆਂ ਹੁੰਦੀਆਂ। ਅਗਰ ਜਿਹਦੀ ਵੀ ਕਿਸੇ ਦੀ ਗੱਲ ਸੁਣੋਗੇ ਤਾਂ ਤੁਹਾਨੂੰ ਇਦਾਂ ਹੀ ਮਹਿਸੂਸ ਹੋਊਗਾ, ਇਦਾਂ ਹੀ ਫੀਲ ਹੋਏਗਾ ਵੀ ਇਹ ਵਾਕਈ ਇਹ ਗੱਲ ਇਦਾਂ ਹੀ ਆ, 100% ਗੱਲ ਇਹ ਇਦਾਂ ਹੀ ਆ ਵੀ ਨੁਕਸਾਨ ਇਹਦੇ ਵਿੱਚ ਹੈਗਾ। ਤੇ ਮੇਰੇ ਵੀਰੋ ਤੁਸੀਂ ਹਿਸਟਰੀ ਬੱਕਰੀ ਫਾਰਮਿੰਗ ਦੀ ਫਰੋਲ ਕੇ ਦੇਖ ਲਓ, ਜਿਨ੍ਹਾਂ ਲੋਕਾਂ ਕਮਾਇਆ, ਕਰੋੜਾਂ ਕਮਾ ਗਏ। ਸਿਰਫ ਕਮਾ ਕਿੱਦਾਂ ਗਏ, ਉਹਨਾਂ ਨੂੰ ਮੈਨੇਜਮੈਂਟ ਦਾ ਪਤਾ ਸੀਗਾ। ਜਦੋਂ ਵੀ ਸਾਡਾ ਨੁਕਸਾਨ ਹੁੰਦਾ, ਮੈਂ ਅਕਸਰ ਵੀਡੀਓ ਦੇ ਵਿੱਚ ਇਹ ਗੱਲ ਕਰਦਾ ਹੁੰਦਾ, ਜਦੋਂ ਵੀ ਸਾਡਾ ਨੁਕਸਾਨ ਹੁੰਦਾ ਤਾਂ ਸਾਡੀ ਆਪਣੀ ਗਲਤੀ ਦੀ ਵਜ੍ਹਾ ਤੋਂ ਹੁੰਦਾ, ਉਹਦੇ ਵਿੱਚ ਬੱਕਰੀ ਦਾ ਕੋਈ ਕਸੂਰ ਨਹੀਂ ਹੁੰਦਾ, ਸਾਡੀ ਆਪਣੀ ਮਿਸ ਮੈਨੇਜਮੈਂਟ ਦੀ ਵਜ੍ਹਾ ਤੋਂ ਹੁੰਦਾ, ਸਾਡੀ ਖੁਰਾਕ ਨਹੀਂ ਮੇਨਟੇਨ ਅਸੀਂ ਕਰ ਸਕਦੇ ਤਾਂ ਹੁੰਦਾ, ਅਸੀਂ ਮੌਸਮ ਦੀ ਤਬਦੀਲੀ ਦੇ ਨਾਲ ਬੱਕਰੀ ਦੇ ਨਾਲ ਕੋਆਪਰੇਟ ਨਹੀਂ ਕਰਦੇ ਤਾਂ ਹੁੰਦਾ ਨੁਕਸਾਨ। ਅਗਰ ਅਸੀਂ ਇਹ ਸਾਰੀਆਂ ਗੱਲਾਂ ਸਿੱਖ ਲਈਆਂ, ਅਗਰ ਸਾਨੂੰ ਇਹ ਸਾਰੀਆਂ ਗੱਲਾਂ ਦੇ ਪ੍ਰੋਟੋਕੋਲ ਪੂਰੇ ਹੋ ਗਏ ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਮੋਰਟੈਲਿਟੀ ਰੇਸ਼ੋ ਤੁਸੀਂ 90% ਸੇਵ ਕਰ ਸਕਦੇ ਹੋ।
मतलब अगर तुहाडे बकरियां पहले 50% एक्सपायर होंदियां तो तुसीं 90% बचा सकदे हो। 10% की रेशो फिर भी रहनी है बकरी एक्सपायर होने की। हर फार्मर दे नाल ਇਹ ਮਸਲਾ ਬਣਦਾ, हर बकरी वाले नाल ਇਹ ਮਸਲਾ ਬਣਦਾ, हर ਜਿਹੜਾ ਮਰਜ਼ੀ ਜਿਹੜਾ ਕੋਈ फार्म वाला ਕਹਿੰਦਾ ना मेरी बकरी पूरे साल ਦੇ ਵਿੱਚ ਕੋਈ एक्सपायर नहीं हुई या कोई ਇਹਨੂੰ कोई मसला नहीं ਬਣਿਆ ਤੇ ਉਹ सब फ्रॉड आ, सब झूठ आ, सब कूड़ आ। ਤੇ ਤੁਸੀਂ ਮੇਰੇ ਵੀਰੋ ਮੁਤਮਿਨ ਹੋ ਕੇ ਆਪਣੇ ਦਿਲ ਨਾਲ ਸਲਾਹ ਕਰਕੇ ਆਪਣੇ ਦਿਮਾਗ ਨਾਲ ਸੋਚ ਕੇ ਬੱਕਰੀ ਫਾਰਮਿੰਗ ਕਰੋ। ਮੇਰੀ ਸੱਜੇ ਖੱਬੇ ਦੀਆਂ ਗੱਲਾਂ ਨਾ ਸੁਣੋ। ਜਿੱਦਾਂ ਤੁਹਾਡਾ ਦਿਲ ਮੁਤਮਿਨ ਹੁੰਦਾ ਉੱਦਾਂ ਤੁਸੀਂ ਆਪਣੇ ਆਪ ਨੂੰ ਚੱਲੋ ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਤੁਸੀਂ ਇੱਕ ਕਾਮਯਾਬ ਤੇ ਇਸ ਮਾਸ਼ਰੇ ਦੇ ਵਿੱਚ ਸਿਰ ਚੱਕ ਕੇ ਤੁਰਨ ਜੋਗੇ ਹੋ ਜਾਓਗੇ। ਕਿਉਂਕਿ ਅਗਰ ਬੱਕਰੀ ਦੇ ਵਿੱਚ ਨੁਕਸਾਨ ਹੀ ਇਕੱਲਾ ਹੁੰਦਾ ਤੇ ਫਿਰ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੁन्नत ਆ। ਇਹ ਦਿਮਾਗ ਦੇ ਵਿੱਚ ਗੱਲ ਬਿਠਾਓਗੇ ਤਾਂ ਤੁਸੀਂ ਇਸ ਗੱਲ ਪਾਸੇ ਆਓਗੇ ਬੱਕਰੀ ਫਾਰਮਿੰਗ ਦੇ ਵਿੱਚ ਤੇ ਇਨਸ਼ਾਅੱਲਾ ਕਾਮਯਾਬ ਵੀ ਹੋਵੋਗੇ। ਕਿਉਂਕਿ ਬੱਕਰੀ ਦੇ ਨਾਲ ਬੱਕਰੀ ਬਣ ਕੇ ਰਹਿਣਾ ਪੈਣਾ। ਸਿਆਣੇ ਕਹਿੰਦੇ ਜਾਨਵਰ ਦੇ ਨਾਲ ਜਾਨਵਰ ਬਣ ਕੇ ਰਹਿਣਾ ਪੈਂਦਾ। ਤੇ ਮੇਰੇ ਵੀਰੋ ਯਾਦ ਰੱਖੋ ਇਸ ਗੱਲ ਨੂੰ ਮਾਮੂਲੀ ਨਾ ਸਮਝੋ। ਫਾਰਮਿੰਗ ਦਾ ਹਮੇਸ਼ਾ ਇਹ ਅਸੂਲ ਰਿਹਾ ਵਾ, ਜਿਸ ਫਾਰਮਿੰਗ ਦਾ ਹਟ ਕੇ ਵੀ ਕੋਈ ਵੀ ਕਾਰੋਬਾਰ ਦਾ ਅਸੂਲ ਆ, ਜਿੱਥੇ ਪ੍ਰੋਫਿਟ ਆ ਉੱਥੇ ਨੁਕਸਾਨ ਵੀ ਆ, ਜਿੱਥੇ ਨੁਕਸਾਨ ਆ ਉੱਥੇ ਪ੍ਰੋਫਿਟ ਵੀ ਆ। ਅਗਰ ਤੁਸੀਂ ਇਹ ਗੱਲ ਸੋਚ ਕੇ ਨਫਾ ਵਿੱਚ ਨੁਕਸਾਨ ਹੋ ਗਿਆ ਮੈਂ ਇਹ ਕੰਮ ਛੱਡ ਦੇਣਾ, ਮੈਂ ਹੋਰ ਕੋਈ ਕੰਮ ਕਰ ਲੈਣਾ, ਤਾਂ ਮੇਰੇ ਵੀਰੋ ਤੁਸੀਂ ਕਦੀ ਵੀ ਕਿਸੇ ਕੰਮ 'ਚ ਕਾਮਯਾਬ ਨਹੀਂ ਹੋ ਸਕਦੇ। ਕਿਉਂਕਿ ਤੁਹਾਡੇ ਵਿੱਚ ਹੌਸਲਾ ਬਰਦਾਸ਼ਤ ਹੀ ਹੈ, ਨੁਕਸਾਨ ਸਹਿਣ ਦੀ ਬਰਦਾਸ਼ਤ ਹੀ ਹੈ ਨਹੀਂ। ਬੱਕਰੀ ਫਾਰਮਿੰਗ ਦੇ ਵਿੱਚ ਸਭ ਤੋਂ ਵੱਡਾ ਮੇਨ ਗੱਲ ਜਿਹੜੀ ਆ ਉਹ ਤੁਹਾਡੇ ਆਪਣੇ ਅੰਦਰ ਬਰਦਾਸ਼ਤ ਹੋਣੀ ਚਾਹੀਦੀ ਆ, ਹੌਸਲਾ ਹੋਣਾ ਚਾਹੀਦਾ, ਸਬਰ ਹੋਣਾ ਚਾਹੀਦਾ। ਮੈਂ ਇੱਦਾਂ ਦੇ ਵੀ ਫਾਰਮਰ ਦੇਖੇ ਆ, ਇੱਦਾਂ ਦੀਆਂ ਵੀ ਬੱਕਰੀਆਂ ਵਾਲੇ ਦੇਖੇ ਆ ਜਿਹੜੇ 40 ਬੱਕਰੀਆਂ ਤੋਂ ਦੋਵਾਂ ਬੱਕਰੀਆਂ ਤੇ ਆਏ ਤੇ ਦੋਵਾਂ ਬੱਕਰੀਆਂ ਤੋਂ ਮੁੜ ਕੇ 40 50 60 ਦੇ ਗਏ। ਕਿਉਂਕਿ ਉਹਨਾਂ ਨੇ ਕੰਮ ਨਹੀਂ ਛੱਡਿਆ। ਉਹ ਉਹਨਾਂ ਦਾ ਯਕੀਨ ਇਸ ਗੱਲ ਦਾ ਰਿਹਾ ਵੀ ਅਸੀਂ ਕਾਮਯਾਬ ਹੋਵਾਂਗੇ ਤਾਂ ਔਰ ਇਨਸ਼ਾਅੱਲਾ ਹੋਵਾਂਗੇ। ਤੇ ਅੱਲਾਹ ਪਾਕ ਨੇ ਬੱਕਰੀ ਤੁਹਾਡੀ ਇੱਕ ਵਾਰੀ ਪਹਿਲਾਂ ਪੂਰੀ ਤਸੱਲੀ ਕਰਾਉਂਦੀ ਆ, ਪੂਰਾ ਤੁਹਾਨੂੰ ਟੋਂਦੀ ਆ, ਪੂਰੀ ਤੁਹਾਡੀ ਅਖੀਰ ਦੇਖਦੀ ਆ। ਜਦੋਂ ਤੁਹਾਡੀ ਅਖੀਰ ਦੇਖ ਕੇ ਬੱਕਰੀ ਸਮਝ ਜਾਂਦੀ ਆ ਵੀ ਇਹ ਨਹੀਂ ਥੱਕਦਾ ਤੇ ਇਨਸ਼ਾਅੱਲਾ ਅੱਲਾਹ ਪਾਕ ਵੀ ਫਿਰ ਬੱਕਰੀ ਨੂੰ ਕਹਿੰਦੀ ਬੱਕਰੀ ਨੂੰ ਫਰਮਾਉਂਦਾ ਵੀ ਤੂੰ ਹੁਣ ਇਹਨੂੰ ਰਜਾ ਦੇ। ਤਾਂ ਅੱਲਾਹ ਪਾਕ ਬੱਕਰੀ ਦੇ ਥਰੂ ਇਨਸਾਨ ਨੂੰ ਰਜਾ ਦਿੰਦਾ। ਅਕਸਰ ਤੁਸੀਂ ਵਾੜਿਆਂ ਦੇ ਵਿੱਚ, ਅਕਸਰ ਤੁਸੀਂ ਫਾਰਮਾਂ ਦੇ ਵਿੱਚ ਦੇਖਿਆ ਹੋਵੇਗਾ ਵੀ ਬੱਕਰੀ ਸ਼ਾਮ ਨੂੰ ਜਾਂ ਦੁਪਹਿਰ ਨੂੰ ਅਕਸਰ ਤੁਸੀਂ ਸੁੱਤੀ ਹੋਈ ਦੇਖੀ ਹੋਊਗੀ। ਅਕਸਰ ਸੁੱਤੀ ਹੋਈ ਬੱਕਰੀ ਦੇਖੀ ਹੋਏਗੀ ਵੀ ਲੱਤਾਂ ਕੱਢ ਕੇ ਰੱਜ ਕੇ ਸਿਰ ਆਪਦੇ ਉੱਤੇ ਰੱਖ ਕੇ ਜਾਂ ਸਿਰ ਜ਼ਮੀਨ 'ਤੇ ਰੱਖ ਕੇ ਸੁੱਤੀ ਪਈ ਆ। ਤੇ ਜਦੋਂ ਸਮਝ ਲਵੋ ਜਦੋਂ ਬੱਕਰੀ ਇੱਦਾਂ ਸੁੱਤੀ ਪਈ ਆ ਤੇ ਸਮਝ ਲਓ ਤੁਹਾਡੇ ਬਿਹਤਰੀ ਦੇ ਚਾਂਸ ਜ਼ਿਆਦਾ ਹੋ ਗਏ ਆ। ਕਿਉਂਕਿ ਬੱਕਰੀ ਜਦੋਂ ਵੀ ਸੌਂਦੀ ਆ ਰੱਜ ਕੇ ਸੌਂਦੀ ਆ ਤੇ ਅੱਲਾ ਨੂੰ ਦੁਆ ਕਰਦੀ ਯਾ ਅੱਲਾ ਜਿੱਦਾਂ ਇਹਨੇ ਮੈਨੂੰ ਰਜਾਇਆ, ਮੇਰਾ ਪੇਟ ਭਰਿਆ, ਤੇ ਇਸ ਬੰਦੇ ਦਾ ਵੀ ਪੇਟ ਭਰ ਦੇ, ਇਹਦੇ ਘਰ ਨੂੰ ਵੀ ਖੁਸ਼ਹਾਲ ਕਰ ਦੇ। ਤੇ ਅੱਲਾਹ ਪਾਕ ਰਹਿਮਤੁਲ ਆਲਮੀਨ। ਤੇ ਇਨਸ਼ਾਅੱਲਾ ਨਾ ਉਮੀਦ ਨਾ ਹੋਵੋ, ਕੰਮ ਕਰੋ। ਬੇਸ਼ੱਕ 2 ਬੱਕਰੀਆਂ ਰੱਖ ਕੇ ਕਰੋ, 1 ਬੱਕਰੀ ਰੱਖ ਕੇ ਕਰੋ, ਕੰਮ ਸ਼ੁਰੂ ਕਰੋ। ਜਦੋਂ ਤੁਹਾਨੂੰ ਤਰੀਕਾ ਆ ਜਾਵੇ ਤੁਸੀਂ ਭਾਵੇਂ 100 ਤੇ ਚੱਲ ਜਾਓ, ਭਾਵੇਂ 150 ਤੇ ਚੱਲ ਜਾਓ, 200 ਤੇ ਚੱਲ ਜਾਓ, ਲੇਕਿਨ ਸਟਾਰਟ ਦੇ ਵਿੱਚ ਕੰਮ ਕਰਨਾ ਹੀ ਥੋੜ੍ਹੀ ਬੱਕਰੀ ਤੋਂ ਚਾਹੀਦਾ। ਇੱਕ ਨਵਾਂ ਬੰਦਾ ਜਦੋਂ ਉਹਨੂੰ ਤਰੀਕਾ ਨਹੀਂ ਗਾ, ਉਹਨੂੰ ਤਜਰਬਾ ਨਹੀਂ ਗਾ, ਤੇ ਮੇਰਾ ਵੀਰ ਉਹ ਥੋੜ੍ਹੇ ਕੰਮ ਬੱਕਰੀ ਤੋਂ ਸ਼ੁਰੂ ਕਰੇ ਵੀ 5 ਬੱਕਰੀਆਂ 1 ਬਰੀਡਰ ਲੈ ਲਵੇ, 2 ਬੱਕਰੀਆਂ 1 ਬਰੀਡਰ ਲੈ ਲਵੇ। ਬਰੀਡਰ ਜ਼ਰੂਰੀ ਆ ਬੱਕਰੀ ਫਾਰਮਿੰਗ ਦੇ ਵਿੱਚ, ਇਕਸਾਨ ਜ਼ਰੂਰੀ ਆ, ਨਾਜ਼ਮ ਜ਼ਰੂਰੀ ਆ, ਲੀਡਰ ਜ਼ਰੂਰੀ ਆ। ਭਾਵੇਂ ਤੁਹਾਡੇ ਕੋਲ 2 ਬੱਕਰੀਆਂ, ਭਾਵੇਂ ਤੁਹਾਡੇ ਕੋਲ 1 ਬੱਕਰੀ, ਤੇ ਭਾਵੇਂ ਤੁਹਾਡੇ ਕੋਲ 10 ਬੱਕਰੀਆਂ। ਵੈਸੇ ਜਿਹੜੇ ਮਾਹਿਰੀਨ ਆ ਫਾਰਮਿੰਗ ਵਾਲੇ ਉਹ ਇਸ ਗੱਲ ਨੂੰ ਤਸਲੀਮ ਕਰਦੇ ਆ ਵੀ 25 ਬੱਕਰੀਆਂ 'ਚ 1 ਬਰੀਡਰ ਹੋਣਾ ਚਾਹੀਦਾ। 25 ਬੱਕਰੀਆਂ ਨੂੰ 1 ਬਰੀਡਰ ਕਵਰ ਕਰ ਸਕਦਾ। ਤੇ ਮੇਰੇ ਵੀਰੋ ਅੱਜ ਦੀ ਵੀਡੀਓ ਸਿਰਫ ਇਹੀ ਵੀ ਬੱਕਰੀ ਕਿੱਦਾਂ ਪੈਸੇ ਕਮਾਉਣੇ, ਇਹ ਮੁਖਤਲਿਫ ਤਰੀਕੇ ਸੀ ਜਿਹੜੇ ਮੈਂ ਵੀਰਾਂ ਨਾਲ ਸ਼ੇਅਰ ਕਰ ਦਿੱਤੇ। ਇਹ ਹੁਣ ਤੁਹਾਡਾ ਆਪਣਾ ਦਿਲ ਆ ਵੀ ਤੁਸੀਂ ਕਿੱਦਾਂ ਇਹ 'ਚੋਂ ਪੈਸੇ ਕਮਾਉਣੇ ਆ। ਕਿਉਂਕਿ ਮੇਰੀ ਸਿਰਫ ਗੱਲ ਹੀ ਆ, ਮੇਰਾ ਆਪਣਾ ਜ਼ਾਤੀ ਤਜਰਬਾ ਇਹ ਆ। ਤੇ ਗਾਂ ਤੁਸੀਂ ਜ਼ਾਹਰੀ ਗੱਲ ਆ ਤੁਸੀਂ ਫਾਰਮਿੰਗ ਕਰਦੇ ਪਏ ਹੋ, ਤੁਸੀਂ ਸੋਚ ਰਹੇ ਹੋ ਕਿੱਦਾਂ ਸੋਚ ਰਹੇ ਹੋ, ਤੁਹਾਡੇ ਦਿਮਾਗ ਦੇ ਵਿੱਚ ਕੀ ਪਲੈਨਿੰਗਾਂ ਵਾ, ਇਹ ਮੇਰਾ ਵੀਰੋ ਤੁਹਾਨੂੰ ਪਤਾ। ਅਗਰ ਤੁਹਾਨੂੰ ਵੀ ਪਤਾ ਇਸ ਗੱਲ ਦਾ ਵੀ ਕੋਈ ਇਸ ਤੋਂ ਇਲਾਵਾ ਵੀ ਕੋਈ ਤਰੀਕਾ ਹੈ ਤੇ ਉਹ ਕਮੈਂਟਸ ਦੇ ਵਿੱਚ ਲਾਜ਼ਮੀ ਇਹ ਮੈਨੂੰ ਸ਼ੇਅਰ ਕਰੇ ਵੀ ਆਹ ਵੀ ਤਰੀਕਾ ਹੈ ਜਿਹਦੀ ਵਜ੍ਹਾ ਤੋਂ ਪੈਸੇ ਕਮਾਏ ਜਾ ਸਕਦੇ ਆ। ਫਲਾਗ ਇਸ ਤਰ੍ਹਾਂ ਦੇ ਬਣਾ ਲਓ ਵੀ ਬੱਕਰੀਆਂ ਇਸ ਤਰ੍ਹਾਂ ਪਰਚੇਜ਼ ਕਰੋ। ਅਗਰ ਅੱਲਾਹ ਤਾਲਾ ਤੁਹਾਨੂੰ ਗੁੰਜਾਇਸ਼ ਦੇਵੇ, ਅੱਲਾਹ ਤਾਲਾ ਤੁਹਾਡੇ ਕੋਲ ਸਰਮਾਇਆ ਦੇਵੇ, ਗੁੰਜਾਇਸ਼ ਇੱਦਾਂ ਦੀ ਬਣਾ ਲਓ, ਰੂਟੀਨ ਇੱਦਾਂ ਦੀ ਬਣਾ ਲਓ ਵੀ ਹਰ ਮਹੀਨੇ ਅਸੀਂ 10 ਬੱਕਰੀਆਂ ਵੇਚਣੀਆਂ, ਹਰ ਮਹੀਨੇ 10 ਬੱਕਰੀਆਂ ਲਿਆਉਣੀਆਂ, ਹਰ ਮਹੀਨੇ 10 ਬੱਕਰੀਆਂ ਵੇਚਣੀਆਂ, ਹਰ ਮਹੀਨੇ 10 ਬੱਕਰੀਆਂ ਲਿਆਉਣੀਆਂ। ਕਿਉਂਕਿ
ਜਦੋਂ ਵੀ ਬੱਕਰੀ ਲਿਆਵਾਂਗੇ ਅਸੀਂ 1 ਮਹੀਨੇ ਲਿਆਵਾਂਗੇ 10, ਅਗਲੇ ਮਹੀਨੇ 10 ਲਿਆਵਾਂਗੇ, 5 ਮਹੀਨਿਆਂ 'ਚ ਅਸੀਂ 50 ਬੱਕਰੀਆਂ ਕਰ ਲਈਆਂ। ਸਰਮਾਏ ਵਾਲੇ ਦੀ ਗੱਲ ਕਰਦਾ ਮੈਂ, ਆਮ ਬੰਦੇ ਦੀ ਗੱਲ ਨਹੀਂ ਕਰਦਾ, ਸਰਮਾਏ ਵਾਲੇ ਦੀ ਗੱਲ ਕਰਦਾ। 50 ਬੱਕਰੀਆਂ ਅਸੀਂ ਕਰ ਲਈਆਂ ਤੇ ਫਿਰ ਅਸੀਂ ਹਰ ਮਹੀਨੇ ਕਮੋ ਪੇਸ਼ ਵੀ 5 ਲੱਖ ਰੁਪਈਆ ਬਚਤ ਕਮਾ ਸਕਦੇ ਹਾਂ। ਅਗਰ 50 ਬੱਕਰੀਆਂ ਸਾਡੇ ਕੋਲ ਹੋਣ, ਹਰ ਮਹੀਨੇ 5 ਲੱਖ ਰੁਪਈਆ ਅਸੀਂ ਕਮਾ ਸਕਦੇ ਹਾਂ। ਅਗਰ ਬੱਕਰੀ ਦੀ ਅਸੀਂ ਡਾਈਟ ਅੱਛੀ ਰੱਖੀ, ਅਸੀਂ ਬੱਕਰੀ ਦੀ ਕੇਅਰ ਪੂਰੀ ਕੀਤੀ, ਅਸੀਂ ਬੱਕਰੀ ਦੇ ਪ੍ਰੋਟੋਕੋਲ ਪੂਰੇ ਕਰਾਂਗੇ ਤਾਂ ਬੱਕਰੀ ਸਾਡੀਆਂ ਜੇਬਾਂ ਇਨਸ਼ਾਅੱਲਾ ਭਰ ਦਊਗੀ। ਵੀਡੀਓ ਚੰਗੀ ਲੱਗੇ ਲਾਈਕ ਕਰੋ, ਜਿਸ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਅੱਲਾ ਹਾਫਿਜ਼।